ਹੁਣ ਮਹਾਂਪੁਰਖਾਂ ਨੇ 1.5 ਘੰਟੇ ਦੇ ਸਮੇਂ ਦੇ ਵਿੱਚ ਇਹ ਵਿਆਖਿਆ ਕੀਤੀ ਕਿ ਨਾਮ ਜਪਣਾ ਚਾਹੀਦਾ, ਬੰਦਗੀ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ। ਜੇ ਸਿਮਰਨ ਨਾ ਕੀਤਾ ਤੇ ਸਾਨੂੰ ਪਛਤਾਣਾ ਪਵੇਗਾ, ਜੇ ਭਗਤੀ ਨਾ ਕੀਤੀ ਤੇ ਸਾਨੂੰ ਬਹੁਤ ਵੱਡਾ ਧੋਖਾ ਮਿਲੇਗਾ ਜੀਵਨ ਦੇ ਵਿੱਚ। ਪਰਮਾਤਮਾ ਦਾ ਨਾਮ ਜਪ ਕੇ ਲੋਕ ਤੇ ਪ੍ਰਲੋਕ ਦੋਨੇ ਹੀ ਸਬਰ ਜਾਂਦੇ ਨੇ। ਇਹ ਸਾਰੀ ਜਿਹੜੀ ਵਿਚਾਰ ਸੀ ਨਾ, ਮਹਾਂਪੁਰਖਾਂ ਨੇ 1.5 ਘੰਟੇ ਦੇ ਸਮੇਂ ਦਰਮਿਆਨ ਕੀਤੀ, ਸੰਗਤਾਂ ਨਾਲ ਸਾਂਝੀ। ਦੀਵਾਨ ਦੀ ਸਮਾਪਤੀ ਹੋਈ ਤੇ ਉਹ ਜਿਹੜਾ ਅਮੀਰ ਬੰਦਾ ਸੀ, ਬਹੁਤ ਵੱਡੀ ਪੋਸਟ ਦੇ ਉੱਤੇ ਨੌਕਰੀ ਕਰਦਾ ਸੀ, ਉਹਨੂੰ ਬੜੀ ਨਿਰਾਸ਼ਾ ਹੋਈ। ਧਿਆਨ ਦੇਣਾ ਗੁਰਮੁਖੋ, ਇਹੋ ਜਿਹੇ ਬੰਦਿਆਂ ਦਾ ਜੇ ਮਾਈਕ ਵਿੱਚ ਨਾਮ ਬੋਲ ਦਈਏ ਤੇ ਬੜੀ ਸ਼ੋਭਾ ਕਰਦੇ ਨੇ ਕਿ ਬੜਾ ਵਧੀਆ ਦੀਵਾਨ ਲਾਇਆ ਸੀ ਜੀ, ਬੜੀ ਵਧੀਆ ਵਿਚਾਰ ਸੁਣਾਈ ਸੀ। ਤੇ ਜੇ ਇਹਨਾਂ ਦੀ ਪੁੱਛ ਪੜਤਾਲ ਨਾ ਹੋਵੇ, ਇਹਨਾਂ ਦਾ ਨਾਮ ਵਗੈਰਾ ਨਾ ਲਿਆ ਜਾਵੇ, ਇਹਨਾਂ ਵੱਲ ਧਿਆਨ ਨਾ ਦਿੱਤਾ ਜਾਵੇ, ਤੇ ਫਿਰ ਇਹ ਨੁਕਸ ਲੱਭਣੇ ਸ਼ੁਰੂ ਕਰ ਦਿੰਦੇ ਨੇ। ਫਿਰ ਇਹ ਕਮੀਆਂ ਲੱਭ ਕੇ ਦੁਨੀਆ ਨੂੰ ਦੱਸਦੇ ਨੇ। ਮਹਾਂਪੁਰਖ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਗੱਡੀ ਵਿੱਚ ਬੈਠ ਕੇ ਜਾਣ ਲੱਗੇ ਤੇ ਇਹ ਸੱਜਣ ਨੇੜੇ ਚਲਾ ਗਿਆ। ਨੇੜੇ ਜਾ ਕੇ ਬਾਬਾ ਜੀ ਨੂੰ ਕਹਿੰਦਾ, ਤੁਸੀਂ 1.5 ਘੰਟਾ ਇੱਕੋ ਹੀ ਗੱਲ ਕਰੀ ਗਏ, ਨਾਮ ਜਪੋ ਨਾਮ ਜਪੋ ਨਾਮ ਜਪੋ, ਦੂਜੀ ਗੱਲ ਹੀ ਨਹੀਂ ਕੋਈ ਕੀਤੀ। ਇੱਥੇ ਵੀ ਬੜੇ ਹੋਣਗੇ ਤੁਹਾਡੇ ਪਿੰਡ 'ਚ, ਕਹਿੰਦੇ ਹੋਣਗੇ ਵੀ ਕੀ ਕਰਨ ਜਾਣਾ ਗੁਰਦੁਆਰੇ। ਉੱਥੇ ਤੇ ਕਈ ਸਾਲ ਹੋ ਗਏ ਨੇ ਇੱਕੋ ਹੀ ਗੱਲ ਕਰੀ ਜਾਂਦੇ ਨੇ ਕਿ ਨਾਮ ਜਪੋ, ਭਗਤੀ ਕਰੋ, ਸੇਵਾ ਕਰੋ, ਸਿਮਰਨ ਕਰੋ, ਨਵੀਂ ਗੱਲ ਹੀ ਨਹੀਂ ਕੋਈ ਕਰਦੇ। ਆ ਕਈਆਂ ਨੇ ਨਵੀਆਂ ਕਰਨੀਆਂ ਸ਼ੁਰੂ ਕੀਤੀਆਂ ਨਾ, ਉਹ ਨਾਮ ਦੀ ਗੱਲ ਹੁਣ ਭੁੱਲ ਗਏ ਨੇ, ਬੰਦਗੀ ਦੀਆਂ ਬਾਤਾਂ ਪਾਉਣੀਆਂ ਭੁੱਲ ਗਏ, ਸਿਮਰਨ ਦੀ ਗੱਲ ਕਰਨੀ ਉਹਨਾਂ ਨੂੰ ਫਿੱਕੀ ਲੱਗਦੀ। ਹੁਣ ਉਹ ਕਹਿੰਦੇ ਨਵੀਂ ਦੁਨੀਆ ਤੇ ਨਵੀਆਂ ਗੱਲਾਂ ਸੁਣਾਓ। ਗੁਰਮੁਖੋ, ਇੱਕ ਗਿਆਨੀ ਸ਼ੇਰ ਸਿੰਘ ਜੀ ਹੋਏ ਨੇ, ਕਸ਼ਮੀਰ ਦੇ ਰਹਿਣ ਵਾਲੇ। ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਕਿ ਗੁਰੂ ਨਾਨਕ ਦੇ ਘਰ ਵਿੱਚ ਹਰ ਰੋਜ਼ ਨਾਮ ਦੀ ਗੱਲ ਕਿਉਂ ਹੁੰਦੀ ਹੈ। ਧਿਆਨ ਦੇਣਾ, ਬੜੇ ਪਿਆਰ ਨਾਲ ਸਮਝਣ ਵਾਲਾ ਨੁਕਤਾ। ਉਹਨਾਂ ਨੇ ਇਹ ਬਚਨ ਲਿਖਿਆ, ਕਹਿੰਦੇ ਜਿਹੜਾ ਬੱਚਾ ਪਹਿਲੀ ਜਮਾਤ ਵਿੱਚ ਸਕੂਲ ਵਿੱਚ ਪੜ੍ਹਨ ਜਾਂਦਾ ਹੈ, ਉਹਨੂੰ ਸਭ ਤੋਂ ਪਹਿਲਾਂ ਕੀ ਪੜ੍ਹਾਇਆ ਜਾਂਦਾ? ਉਹ ਕਹਿੰਦਾ ਜੀ ਜੇ ਅੰਗਰੇਜ਼ੀ ਪੜ੍ਹਦਾ ਹੋਏ ਤੇ ABC ਪੜ੍ਹਾਉਂਦੇ ਨੇ, ਜੇ ਪੰਜਾਬੀ ਪੜ੍ਹਨੀ ਹੈ ਤੇ ਊੜਾ ਐੜਾ ਏੜੀਏ ਸਾਰਾ ਇਹ 35 ਪੜ੍ਹਾਈ ਜਾਂਦੀ ਹੈ। ਤੇ ਕਹਿੰਦੇ ਜਦੋਂ ਉਹ ਬੰਦਾ ਡਿਗਰੀ ਲੈ ਕੇ ਵੱਡਾ ਅਫਸਰ ਬਣ ਜਾਂਦਾ ਹੈ, ਕਿਸੇ ਪਦਵੀ ਦਾ ਮਾਲਕ ਬਣ ਜਾਂਦਾ ਹੈ, ਤੇ ਫਿਰ ਊੜਾ ਐੜਾ ਤੇ ABC ਛੱਡ ਦਿੰਦਾ ਹੈ। ਕਹਿੰਦੇ ਨਹੀਂ, ਉਹ ਜੋ ਵੀ ਬੋਲੇਗਾ ਊੜੇ ਐੜੇ ਦੇ ਵਿੱਚੋਂ ਹੀ ਬੋਲੇਗਾ, ਜੋ ਵੀ ਬੋਲੇਗਾ ABC ਦੇ ਵਿੱਚੋਂ ਹੀ ਬੋਲੇਗਾ, ਜੋ ਵੀ ਲਿਖੇਗਾ ਇਹਨਾਂ ਅੱਖਰਾਂ ਦੇ ਵਿੱਚੋਂ ਹੀ ਲਿਖਣਾ ਪੈਣਾ ਉਹਨੂੰ। ਭਾਵੇਂ ਕਿਸੇ ਵੀ ਮਰਤਬੇ ਦੇ ਉੱਤੇ ਪਹੁੰਚ ਜਾਏ, ਪਰ ਜਿਹੜੇ ਅੱਖਰ ਉਹਨੇ ਸ਼ੁਰੂ ਵਿੱਚ ਪੜ੍ਹੇ ਨੇ ਉਹ ਅੱਖਰਾਂ ਦੇ ਵਿੱਚ ਹੀ ਗੱਲ ਕਰੇਗਾ, ਅੱਖਰਾਂ ਦੇ ਵਿੱਚ ਹੀ ਲਿਖੇਗਾ, ਅੱਖਰਾਂ ਦੇ ਵਿੱਚ ਹੀ ਉਹ ਆਪਣਾ ਗਿਆਨ ਅੱਗੇ ਵੰਡੇਗਾ। ਕਹਿੰਦੇ ਭਾਵੇਂ ਕਿਸੇ ਵੀ ਡਿਗਰੀ ਦਾ ਮਾਲਕ ਬਣ ਜਾਏ, ਕਿਸੇ ਵੀ ਮਰਤਬੇ ਦੇ ਉੱਤੇ ਪਹੁੰਚ ਜਾਏ, ਜੋ ਬਚਪਨ ਵਿੱਚ ਸਿੱਖਿਆ ਉਹਨਾਂ ਅੱਖਰਾਂ ਨੂੰ ਉਹ ਚਾਹ ਕੇ ਵੀ ਛੱਡ ਨਹੀਂ ਸਕਦਾ। ਇਸੇ ਤਰ੍ਹਾਂ ਗੁਰਮੁਖੋ, ਜਿਹੜੇ ਨਾਮ ਵੱਲ ਮੂੰਹ ਨਹੀਂ ਨਾ ਕਰਨਾ ਚਾਹੁੰਦੇ, ਜਿਸ ਦਿਨ ਸਾਨੂੰ ਪਤਾ ਲੱਗ ਗਿਆ ਕਿ ਸਾਡੀ ਪੈਦਾਇਸ਼ ਹੀ ਨਾਮ ਤੋਂ ਹੋਈ ਹੈ, ਸ਼ਬਦ ਤੋਂ ਆਪਣੀ ਸਾਰਿਆਂ ਦੀ ਉਤਪਤੀ ਹੋਈ ਹੈ, ਸ਼ਬਦ ਦੇ ਵਿੱਚ ਆਪਾਂ ਜੀ ਰਹੇ ਹਾਂ, ਸ਼ਬਦ ਨੂੰ ਜਪਾਂਗੇ ਤੇ ਸ਼ਬਦ ਦੇ ਵਿੱਚ ਸਮਾ ਜਾਵਾਂਗੇ। ਜਦੋਂ ਇਹ ਬਾਤ ਸਮਝ ਆ ਗਈ, ਫਿਰ ਆਪਾਂ ਵੀ ਅਰਦਾਸ ਕਰਾਂਗੇ, ਬੇਨਤੀ ਕਰਾਂਗੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ।
महाराज सच्चे पातशाह जी अजे तो मैं दिन च ही जपदा, कदे कदे मेरे हिरदे विच इस तरह की प्रीत पैदा कर दे कि मैं रात नूं भी तेरा नाम ही जपां, दिने रात तेरा नाम ही जपदा रहा। महापुरखां दी गड्डी दे नेड़े हो के कहन लगा, बाबा जी 1.5 घंटा इक्को ही गल दे उत्ते ला दिता कि नाम जपो, नाम जप के आ मिलदा है, नाम जप के ओ मिलदा है। कहंदा ले मैं तुहाडे सामने 10 वारी वाहिगुरू 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 कह देना, की हो गया? इस तरह की शब्दावली विच बोलिया। कहन लगा तुसी क्यों दुनिया नूं मूर्ख बनाउंदे हो? नाम जप के आ मिलदा, नाम जप के ओ मिलदा। मैं तुहाडे सामने 10-15 मिनट वाहिगुरू वाहिगुरू कर देना खड़ के, दसो मैनूं की मिलेगा? महापुरख बोले नहीं, कोई जवाब नहीं दिता। जिहड़ा हजूरिया अपने गल विच पाया होया सी अपने मुख दे उत्ते रख लिया महापुरखां ने ते गड्डी विच बैठ के चले गए। रस्ते विच जांदिआं नूं सेवादारां ने पुछया, बाबा जी जिस बंदे ने तुहाडे कोले सवाल कीता सी तुसीं उहनूं जवाब कोई नहीं दिता। बड़ियां उदाहरणां तुसीं दे सकदे सी, बड़े प्रमाण दे के उहनूं समझा सकदे सी, तुसीं कुछ बोले क्यों नहीं? ते राड़ा साहिब वाले महापुरख कहन लगे, सज्जणों 1.5 घंटा जदों महाराज की हजूरी विच बैठा सी उदों भी मैं नहीं सी बोलिया, उदों भी मैं नहीं सी बोलिया। जो मेरे गुरु ने मेरे तो बुलाया सी मैं वो बोलिया। ते मेरी ड्यूटी नहीं कि मैं कल्ले कल्ले बंदे नाल सिंग पसांदा फिरां, मेरी ड्यूटी है कीर्तन करन दी। कल नूं महाराज की हजूरी विच जो मेरे तो गुरु बुलाएगा मैं उत्थे बोलांगा। बोलो सतनाम श्री वाहिगुरू वाहिगुरू। यह है संत की निशानी। जे कल्ले कल्ले बंदे नूं अपनी सफाई देंदे रहिए ना गुरमुखो, किनू किनू सफाई देवांगे आपां? रब दे प्यारे दा कम है हर जन राम नाम गुण गावे। परमात्मा दे गुण गाउंदा रब दा प्यारा। जे कोई निंद करे हर जन की, जे कोई उच्चा नीवा भी बोल दिंदा तां भी अपने रस्ते नूं नहीं छड्डदा, अपना गुण ना गवावे। महापुरख कहंदे ये मेरी ड्यूटी नहीं कि मैं कल्ले कल्ले नूं समझाई जावां, मेरी ड्यूटी गुरु नानक दे घर विचों कीर्तन दी लगी हुई है। ते मैं जदों कीर्तन करदा मैं अरदास करके बैठदा, मेरे मालका हुण मैं चुप करन लग्या ते तू मेरे अंदर बैठ के बोली। बेसमार अथाह अगनत अतुलै, ज्यों बुलाव हो त्यों नानक दास बोलै। महापुरख अपने आनंद विच अपनी मौज विच कई सालां दा समां लंघ गया। वो जिहड़ा सज्जण सी ना गुरमुखो, ਉਹਦੀ प्रमोशन हो गई, होर वड्डा अफसर बन गया। एक ਉਹਦੀ बेटी सी, एक पुत्र सी, ਉਹਦਾ ਦੋਨਾਂ ਦੀ शादी हो गई, विआह हो गया। रिटायरमेंट तो बाद जदों घरे आया ते परमात्मा ने इस तरह की खेड बनाई, ਉਹਨੂੰ ब्रेन हैमरेज हो गया, दिमाग की एक नस फट गई। ते जदों हॉस्पिटल दे विच ਉਹਦਾ ट्रीटमेंट होया ते डॉक्टरां ने कह दिता कि ये हुण कोमा विच चला गया, ਇਹਦੀ जान ते बच गई है, पर यह कोमा विच चला गया। कोमा विच जाण तो भाव कि हुण ਇਹਨੂੰ कदों होश आएगी असीं कह नहीं सकते। होश आए तो अज भी आ सकती है, ना आए तो 10, 15, 20 साल सारी उम्र भी इदां ही लंघ सकती है। जदों इस तरह की घटना घट गई, कोमा विच चला गया, तो फिर परिवार नूं, उहदी धर्म पत्नी नूं, उहदे बच्चिआं नूं चेता आया कि असीं राड़ा साहिब वाले महापुरखां दे कोल जाइए,
क्योंकि साडे पिता ने उन्हां नूं फिक्का बोलिया सी, उन्हां दे नाल दुर्विहार कीता सी, ते परिवार धीआं पुत रिश्तेदार इकट्ठे हुए, मुलाकात का समा लिया ते राड़ा साहब वाले महापुरखों के कोल चले गए। अपने आनंद विच बैठे ने ते जाके परिवार ने आखिया, बाबा जी असी फलाने फलाने पिंडों आए हाँ, जिथे तुहाडे दीवान लगे सी एक बारी, ते साडे पिता ने तुहानू कुछ उच्चा नीवा बोलिया सी, असी उन्हां दे बच्चे हाँ। राड़ा साहब वाले महापुरख कहन लगे, सानू ते कुछ याद नहीं, सानू ते कुछ चेता नहीं कि सानू किसी ने उच्चा नीवा बोलिया सी जां सानू किसी ने माड़ा बोलिया सी। बोलो सतनाम श्री वाहिगुरू। ये है संत दी निशानी, ये है रब दे प्यारे दी निशानी। जे रब दे प्यारे दी निंदिया किसी ने कर दिती ते रब दे प्यारे ने उस निंदिया दे अखरां नूं अपने दिल दे उत्ते लिखिया नहीं। ध्यान देना, जे रब दे प्यारे दी किसी ने वडियाई कर दिती, उस्तत कर दिती, ते उन्होंने भी अपने मन दे उत्ते नहीं लिखिया। असी पता दुखी क्यों आ? जेड़ा साडी निंदिया करदा है उन्हों याद कर करके जहर घोली जाने अपने अंदर। वो करन वाला करके चला गया, उन्होंने भावें चेता भुल गया होवे, पर असी अपनी निंदिया दे शब्दां नूं सुन के अपने अंदर साम के रख लिया, वो सानू दुखी करी जांदे आ। ते जेड़े बंदे नूं अपनी शोभा अपनी वडियाई सुनन दी भुख पै जाए, वो बंदा सवेरे घरों तैयार होकर निकलता ही इस वास्ते कि किहड़े मोड़ ते दो चार खलोते हुए मैनू इदां दे मिलन जेड़े मैनू चंगा कहण, मेरी वडियाई करन। महाराज सच्चे पातशाह जी कहंदे, जेड़ा निंदिया ते उस्तत नूं अपने अंदर साम के रखदा है वो रब दा प्यारा नहीं हो सकदा, वो गुरमुख नहीं बन सकदा। गुरमुख कौन हुंदा है? उस्तत निंदा दो त्यागै, एक नहीं छड्डनी, दोने छड्डनी। आपां कहने उस्तत चलो आउण दिओ, निंदिया छड्ड दिओ। उस्तत लई दरवाजा खुला रखिया, निंदिया वास्ते बंद कर दिता। महाराज जी कहंदे जे आउणगियां दोने इकट्ठियां आउणगियां, नहीं तो एक भी नहीं आउणी। बोलो सतनाम श्री वाहिगुरू वाहिगुरू। जेड़ा बंदा ये भुख रख के जींदा है कि मेरी उस्तत होवे, उहदी निंदिया भी लाजमी होएगी। ते जेड़े बंदे ने ये भुख छड्ड दित्ती कि मेरी कोई वडियाई करे, उहदी निंदिया भी कोई नहीं करेगा। वो बन जाएगा जो हर का प्यारा सो सबना का प्यारा, होर केती झक झक आवे जावे। महापुरखों नूं परिवार कहंदा, बाबा जी फलाने पिंड साडा पिता सी, दीवान की समाप्ति तो बाद तुहानूं उच्चे नीवें बोल बोलदा सी। बाबा जी कहंदे सानूं ते याद नहीं, सानूं नहीं याद, चेता भुल गया सानूं। सच है गुरमुखो, वो गुरमुख बन गए सन। जन नानक ये खेल कठिन है किन्हू गुरमुख जाना। हुण दुनिया साडे वर्गियां नूं भी गुरमुख कही जांदी है। बेशक निंदिया संतां दी करदे ने, संत शब्द नूं नफरत दा प्रतीक बना रहे ने, ते गुरमुख कहलाउण विच जां होर अपने नाम दे नाल नवे नवे अल्फाज लवाउण दे विच फकर महसूस करदे ने। पर गुरमुखो महाराज सच्चे पातशाह जी कहंदे, गुरमुख वो है जिहड़ा उस्तत ते निंदिया दोनां नूं छड्ड दिंदा है।
ਆਪਣਾ ਨਵੇਕਾ, ਆਪਣਾ ਨਿਰਾਲਾ ਰਸਤਾ ਬਣਾ ਕੇ ਉਹਦੇ ਉੱਤੇ ਸੱਚ ਦੇ ਰਾਹ ਤੇ ਤੁਰਦਾ। ਜਦੋਂ ਮਹਾਂਪੁਰਖਾਂ ਨੇ ਇਹ ਜਵਾਬ ਦੇ ਦਿੱਤਾ, ਬੱਚੇ ਸਨ, ਆਪਣੇ ਪਿਤਾ ਦਾ ਮੋਹ ਪਿਆਰ ਸੀ ਉਹਨਾਂ ਦੇ ਅੰਦਰ, ਅੱਖਾਂ ਭਰ ਰਹੀਆਂ, ਹੰਝੂ ਵਗ ਤੁਰੇ ਪਛਤਾਵੇ ਦੇ, ਤੇ ਹੱਥ ਜੋੜ ਕੇ ਕਹਿਣ ਲੱਗੇ, ਬਾਬਾ ਜੀ ਚਲੋ ਜੇ ਆਪ ਜੀ ਨੂੰ ਯਾਦ ਨਹੀਂ ਤੇ ਕਰੋ ਕਿਰਪਾ, ਕਰੋ ਬਖਸ਼ਿਸ਼, ਕੋਈ ਰੇਖ ਦੇ ਵਿੱਚ ਮੇਖ ਮਾਰੋ। ਅੱਜ ਸਾਡੇ ਪਿਤਾ ਦੀ ਜਿਹੜੀ ਹਾਲਤ ਹੈ ਸਾਡੇ ਤੋਂ ਦੇਖੀ ਨਹੀਂ ਜਾਂਦੀ। ਮਹਾਂਪੁਰਖ ਕਹਿਣ ਲੱਗੇ, ਇਸ ਸਾਖੀ ਦੇ ਵਿੱਚ ਲਿਖਿਆ ਹੋਇਆ ਕਿ ਉਸ ਸਮੇਂ ਉਹਨਾਂ ਦੇ ਕੋਲ ਸਿਮਰਨਾ ਸੀ, ਸਿਮਰਨਾ। ਸਿਮਰਨਾ ਮਾਲਾ ਛੋਟੀ ਹੱਥ ਵਿੱਚ ਫੜਾ ਦਿੱਤੀ ਤੇ ਕਹਿੰਦੇ ਸਾਰਾ ਪਰਿਵਾਰ ਕੇਸੀ ਇਸ਼ਨਾਨ ਕਰਕੇ ਉਹਦੇ ਕੋਲ ਬੈਠ ਕੇ ਮੂਲ ਮੰਤਰ ਦਾ ਸਿਮਰਨ ਸ਼ੁਰੂ ਕਰ ਦਿਓ। ਇੱਥੇ ਕਈ ਵਾਰੀ ਜਦੋਂ ਸਿਮਰਨਾ ਸ਼ਬਦ ਆਉਂਦਾ ਨਾ, ਮਾਲਾ ਸ਼ਬਦ, ਸਿੱਧੇ ਹੀ ਇਹ ਸ਼ਬਦ ਯਾਦ ਆ ਜਾਣਗੇ ਕਈਆਂ ਨੂੰ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਕਹਿੰਦੇ ਭਗਤ ਕਬੀਰ ਜੀ ਤੇ ਕਹਿੰਦੇ ਨੇ ਮੇਰਾ ਸਿਮਰਨ ਰਸਨਾ ਦਾ ਨਾਮ ਹੈ, ਮੈਨੂੰ ਬਾਹਰਲੇ ਸਿਮਰਨੇ ਦੀ ਲੋੜ ਨਹੀਂ। ਸਿੱਧੀ ਆਪਣੀ ਤੁਲਨਾ ਭਗਤ ਕਬੀਰ ਜੀ ਦੇ ਨਾਲ ਕਰ ਦਿੱਤੀ ਕਿ ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਮਾਲਾ ਦੀ ਲੋੜ ਨਹੀਂ। ਉਹ ਭਗਤ ਕਬੀਰ ਜਦੋਂ ਬ੍ਰਹਮ ਗਿਆਨੀ ਬਣ ਗਏ ਉਦੋਂ ਕਹਿ ਰਹੇ ਨੇ, ਤੇ ਤੂੰ ਅਜੇ ਸਕੂਲ ਦਾ ਦਰਵਾਜ਼ਾ ਵੀ ਨਹੀਂ ਲੰਘਿਆ ਤੇ ਤੂੰ ਕਹਿੰਦਾ ਮੈਨੂੰ ਵੀ ਲੋੜ ਨਹੀਂ। ਧਿਆਨ ਦੇਣਾ, ਜਦੋਂ ਆਪਾਂ ਛੋਟੇ ਸੀ ਨਾ ਗੁਰਮੁਖੋ, ਆਪਾਂ ਸਕੂਲ ਵਿੱਚ ਜਾ ਕੇ ਕਾਇਦਾ ਪੜ੍ਹਦੇ ਸੀ ਤੇ ਬੱਚੇ ਨੂੰ ਜਦੋਂ ਊੜਾ ਐੜਾ ਪੜ੍ਹਾਇਆ ਜਾਂਦਾ ਸੀ, ਈੜੀ ਪੜ੍ਹਾਈ ਜਾਂਦੀ ਸੀ ਤੇ ਇੱਕ ਕਿਤਾਬ ਦਿੱਤੀ ਜਾਂਦੀ ਸੀ ਜਿਹਦੇ ਵਿੱਚ ਐੜਾ ਲਿਖਿਆ ਹੁੰਦਾ ਸੀ ਤੇ ਕੋਲ ਅੰਬ ਦੀ ਫੋਟੋ ਬਣਾਈ ਹੁੰਦੀ ਸੀ। ਜਿਹੜੇ ਪੇਜ ਦੇ ਉੱਤੇ ਊੜਾ ਲਿਖਿਆ ਹੁੰਦਾ ਸੀ ਉੱਥੇ ਊਠ ਦੀ ਫੋਟੋ ਬਣਾਈ ਹੁੰਦੀ ਸੀ, ਜਿੱਥੇ ਈੜੀ ਲਿਖੀ ਹੁੰਦੀ ਸੀ ਉੱਥੇ ਇੱਟ ਦੀ ਫੋਟੋ ਬਣਾਈ ਹੁੰਦੀ ਸੀ। ਹੁਣ ਬੱਚੇ ਨੂੰ ਪੜਾਉਣਾ ਤੇ ਊੜਾ ਨਾ, ਊਠ ਖੜਾਉਣਾ ਪਿਆ ਕੋਲ, ਊਠ ਦਿਖਾਣਾ ਪਿਆ, ਊਠ ਦੀ ਫੋਟੋ ਦਿਖਾਣੀ ਪਈ ਊੜੇ ਦੀ ਪਰਿਭਾਸ਼ਾ ਦੱਸਣ ਵਾਸਤੇ। ਐੜਾ ਪੜਾਉਣਾ ਸੀ, ਅੰਬ ਛਾਪ ਕੇ ਉਹਦੀ ਫੋਟੋ ਦਿਖਾਣੀ ਪਈ ਬੱਚੇ ਨੂੰ। ਈੜੀ ਦਾ ਗਿਆਨ ਦੇਣਾ ਸੀ, ਇੱਟ ਛਾਪ ਕੇ ਇੱਟ ਦੀ ਫੋਟੋ ਦਿਖਾਣੀ ਪਈ। ਉਹ ਗੁਰਮੁਖਾ, ਗੁਰੂ ਨੇ ਤੈਨੂੰ ਜੋੜਿਆ ਸ਼ਬਦ ਨਾਲ ਹੈ, ਪਰ ਜੇ ਸ਼ਬਦ ਤੱਕ ਪਹੁੰਚਣ ਵਾਸਤੇ ਤੈਨੂੰ ਮਾਲਾ ਦਾ ਸਹਾਰਾ ਲੈਣਾ ਵੀ ਪੈ ਗਿਆ, ਤੂੰ ਮਾਲਾ ਨਾਲ ਥੋੜੀ ਜੁੜਨਾ ਹੈ, ਉਹ ਤੇ ਇੱਕ ਸਹਾਰਾ ਹੈ। ਸ਼ਬਦ ਤੱਕ ਪਹੁੰਚਣ ਦਾ ਉਹ ਸਹਾਰਾ ਕੋਈ ਵੀ ਹੋ ਸਕਦਾ ਹੈ। ਆ ਸੰਗਤ ਵਿੱਚ ਬੈਠ ਕੇ ਜਿਹੜਾ ਆਪਾਂ ਨਾਮ ਜਪ ਰਹੇ ਹਾਂ ਵੀ ਇੱਕ ਸਹਾਰਾ ਹੈ। ਇਕੱਲੇ ਬੈਠ ਕੇ ਨਹੀਂ ਜਪਿਆ ਜਾਂਦਾ, ਇਕੱਲੇ ਬੈਠ ਕੇ ਜਪੋਗੇ ਮਨ ਨਹੀਂ ਜੁੜੇਗਾ। ਇੱਥੇ ਹੁਣ ਕਈਆਂ ਦਾ ਘੰਟਾ ਹੋ ਗਿਆ ਹੋਣਾ, ਮਨ ਕਿਤੇ ਗਿਆ ਹੀ ਨਹੀਂ ਹੋਣਾ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਕਈਆਂ ਦੇ ਉੱਤੇ ਗੁਰੂ ਪਾਤਸ਼ਾਹ ਜੀ ਦੀ ਐਸੀ ਬਖਸ਼ਿਸ਼ ਹੋਈ ਹੋਊਗੀ, ਆ ਘੰਟਾ ਸਵਾ ਘੰਟੇ ਦਾ ਸਮਾਂ ਲੰਘ ਗਿਆ, ਕਿਤੇ ਮਨ ਗਿਆ ਸਾਡਾ। ਇਹ ਸੰਗਤ ਦੀ ਬਰਕਤ ਹੈ, ਇਹ ਸੰਗਤ ਦੀ ਕਿਰਪਾ ਹੈ। ਇਹ ਸਾਰੇ ਆਸਰੇ ਹਨ ਗੁਰਮੁਖੋ, ਜਿਨ੍ਹਾਂ ਆਸਰਿਆਂ ਦੇ ਨਾਲ ਮਨ ਨੂੰ ਇਕਾਗਰ ਕਰਨਾ, ਮਨ ਨੂੰ ਜੋੜਨਾ, ਪਰ ਪਹੁੰਚਣਾ ਸ਼ਬਦ ਤੱਕ, ਪਹੁੰਚਣਾ ਪ੍ਰਮਾਤਮਾ ਦੇ ਨਾਮ ਤੱਕ। ਮਹਾਂਪੁਰਖਾਂ ਦਾ ਬਚਨ ਮੰਨ ਕੇ ਉਸ ਪਰਿਵਾਰ ਨੇ ਨਿਯਮ ਬਣਾਇਆ, ਉਹਦੇ ਕੋਲ ਬੈਠ ਕੇ ਮੂਲ ਮੰਤਰ ਦਾ, ਗੁਰ ਮੰਤਰ ਦਾ ਉਹਨਾਂ ਨੇ ਸਿਮਰਨ ਕੀਤਾ। ਤੇ ਸਾਖੀ ਵਿੱਚ ਜ਼ਿਕਰ ਆਉਂਦਾ ਕਿ ਕੁਝ ਦਿਨਾਂ ਤੋਂ ਬਾਅਦ ਉਹ ਜਿਹੜਾ ਸੱਜਣ ਕੌਮਾਂ ਵਿੱਚ ਗਿਆ ਹੋਇਆ ਸੀ, ਉਹਦੀ ਸੁਰਤ ਵਾਪਸ ਮੁੜੀ। ਤੇ ਜਿਹੜਾ ਕਹਿੰਦਾ ਸੀ ਮਹਾਂਪੁਰਖਾਂ ਨੂੰ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਫਾਇਦਾ ਕੀ ਹੈ, ਜਦੋਂ ਅੱਖ ਖੁੱਲੀ, ਜਦੋਂ ਸੁਰਤ
ਹੋਸ਼ ਵਿੱਚ ਆਈ ਤੇ ਉਹਦੀ ਜ਼ੁਬਾਨ ਤੋਂ ਸਭ ਤੋਂ ਪਹਿਲਾਂ ਵਾਹਿਗੁਰੂ ਨਿਕਲਿਆ। ਅੱਜ ਪਤਾ ਲੱਗਿਆ ਕਿ ਵਾਹਿਗੁਰੂ ਹੁੰਦਾ ਕੀ ਹੈ, ਉਹਦਾ ਨਾਮ ਹੈ ਕੀ ਹੈ, ਉਹਦੇ ਨਾਮ ਵਿੱਚ ਬਰਕਤ ਕੀ ਹੈ, ਉਹਦੇ ਨਾਮ ਵਿੱਚ ਸ਼ਕਤੀ ਕੀ ਹੈ। ਉਹਨੇ ਫਿਰ ਰਹਿੰਦਾ ਹੋਇਆ ਜੀਵਨ ਪ੍ਰਮਾਤਮਾ ਦਾ ਨਾਮ ਜਪ ਕੇ, ਬੰਦਗੀ ਕਰਕੇ, ਸਿਮਰਨ ਕਰਕੇ, ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਸਫਲਾ ਕੀਤਾ।